ਅੱਜ ਜੀ ਉੱਠਣ ਦੇ ਦਿਨ ਦਾ ਪਰਬ ਅਤੇ ਆਸ਼ੀਸ਼ ਵਾਲਾ ਪਰਬ ਹੈ। 2000 ਸਾਲ ਪਹਿਲੇ ਯੀਸ਼ੂ ਨੇ ਪਸਾਹ ਮਨਾਇਆ ਅਤੇ ਪੱਤੀ ਦੀ ਰੋਟੀ ਦੇ ਪਰਬ ਤੇ ਸਲੀਬ ਉੱਤੇ ਮਰ ਗਏ। ਉਸ ਦੇ ਬਾਅਦ ਉਹ ਸੁੱਤੇ ਹੋਇਆਂ ਵਿੱਚੋਂ ਤੀਸਰੇ ਦਿਨ ਜੀ ਉੱਠੇ। ਜਿਸ ਦਿਨ ਯੀਸ਼ੂ ਨੇ ਮਨੁੱਖ ਜਾਤੀ ਨੂੰ ਇਹ ਅਣਸੁਣਿਆ ਹੈਰਾਨੀਜਨਕ ਚਮਤਕਾਰ ਦਿਖਾਇਆ, ਉਹ ਜੀ ਉੱਠਣ ਦਾ ਦਿਨ ਸੀ। ਰਿਵਾਜ ਅਨੁਸਾਰ ਮਨੁੱਖ ਜਾਤੀ ਨੇ ਮੰਨਿਆ ਕਿ ਇੱਕ ਵਾਰ ਧਰਤੀ ਤੇ ਸਾਡਾ ਜੀਵਨ ਖਤਮ ਹੋ ਜਾਣ ਤੇ ਅਸੀਂ ਹਮੇਸ਼ਾ ਲਈ ਖਤਮ ਹੋ ਜਾਵਾਂਗੇ। ਹਾਲਾਂਕਿ ਮਸੀਹ ਮਰੇ ਹੋਇਆਂ ਵਿੱਚੋਂ ਜੀ ਉੱਠੇ। ਆਪਣੇ ਜੀ ਉੱਠਣ ਦੇ ਦੁਆਰਾ ਯੀਸ਼ੂ ਨੇ ਸਾਰੀ ਮਨੁੱਖ ਜਾਤੀ ਨੂੰ ਯਕੀਨ ਦੇ ਤੌਰ ਤੇ ਸਾਖੀ ਦਿੱਤੀ ਕਿ ਪਰਮੇਸ਼ਰ ਦੇ ਕੋਲ ਪਾਪ ਅਤੇ ਮ੍ਰਿਤਿੂ ਦੀ ਸ਼ਕਤੀ ਨੂੰ ਤੋੜਨ ਦਾ ਵੀ ਅਧਿਕਾਰ ਹੈ। ਅੱਜ ਉਹੀ ਦਿਨ ਜੀ ਉੱਠਣ ਦਾ ਦਿਨ ਹੈ। ਜੀ ਉੱਠਣ ਦੇ ਦਿਨ ਦੇ ਵਿਖੇ ਯੀਸ਼ੂ ਦੇ ਜੀ ਉੱਠਣ ਤੋਂ ਪਹਿਲਾਂ ਹੀ ਬਾਈਬਲ ਨੇ ਇਸ ਦੇ ਬਾਰੇ ਸਾਖੀ ਦਿੱਤੀ ਸੀ। ਪਰਮੇਸ਼ਰ ਨੇ ਇਹ 3500 ਸਾਲ ਪਹਿਲੇ ਦੱਸਿਆ ਸੀ, ਜਦ ਉਹਨਾਂ ਨੇ ਮੂਸਾ ਦੇ ਸਮੇਂ ਵਿੱਚ ਪਹਿਲੇ ਫਲ ਦਾ ਪਰਬ ਨਿਯੁਕਤ ਕੀਤਾ ਸੀ। ਅੱਜ ਆਓ ਅਸੀਂ ਪੁਰਾਣੇ ਨੇਮ ਵਿੱਚ ਭਵਿੱਖਬਾਣੀ ਅਤੇ ਨਵੇਂ ਨੇਮ ਵਿੱਚ ਉਸ ਦੀ ਪੂਰਨਤਾ ਨੂੰ ਦੇਖ ਕੇ ਇਸ ਦੇ ਡੂੰਘੇ ਅਰਥ ਅਤੇ ਪਰਮੇਸ਼ਰ ਦੀ ਇੱਛਾ ਨੂੰ ਸਮਝੀਏ ਜੋ ਇਸ ਪਰਬ ਦੇ ਦੁਆਰਾ ਪੂਰੇ ਹੋਏ। ਆਓ ਅਸੀਂ ਲੇਵੀਆ ਦੀ ਪੁਸਤਕ ਅਧਿਆਇ 23 ਵਚਨ 9 ਤੇ ਇੱਕ ਨਜ਼ਰ ਪਾਈਏ। ਫਿਰ ਯਹੋਵਾ ਮੂਸਾ ਨਾਲ ਬੋਲਿਆ ਕਿ ਇਜ਼ਰਾਈਲੀਆਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ ਭਾਈ, ਜਿਸ ਵੇਲੇ ਤੁਸੀਂ ਉਸ ਦੇਸ਼ ਵਿੱਚ ਜੋ ਮੈਂ ਤੁਹਾਨੂੰ ਦਿੰਦਾ ਹੋ ਆ ਗਏ ਹੋ ਅਤੇ ਉਸ ਦੀ ਹਾੜੀ ਵੀ ਵੱਢੋਗੇ, ਤਾਂ ਤੁਸੀਂ ਆਪਣੀ ਹਾੜੀ ਦੇ ਪਹਿਲੇ ਫਲ ਤੋਂ ਇੱਕ ਪੁੱਲਾ ਯਾਜਕ ਦੇ ਸਾਹਮਣੇ ਲਿਆਉਣਾ ਅਤੇ ਉਹ ਉਸ ਪੁੱਲੇ ਨੂੰ ਯਹੋਵਾ ਦੇ ਸਾਹਮਣੇ ਹਿਲਾਵੇ, ਭਾਈ ਉਹ ਤੁਹਾਡੇ ਕੋਲ ਮੰਨਿਆ ਜਾਵੇ। ਉਸ ਸਬਤ ਦੇ ਅਗਲੇ ਭਲਕ ਨੂੰ ਯਾਜਕ ਉਸ ਨੂੰ ਹਿਲਾਵੇ। ਜਿਸ ਦਿਨ ਲੋਕ ਖੇਤ ਦੇ ਕੱਟੇ ਹੋਏ ਪਹਿਲੇ ਫਲ ਦਾ ਪੁੱਲਾ ਯਾਜਕ ਦੇ ਕੋਲ ਲਿਆਉਂਦੇ ਸੀ, ਉਸ ਨੂੰ ਬਾਈਬਲ ਵਿੱਚ ਪਹਿਲੇ ਫਲ ਦਾ ਪਰਬ ਕਿਹਾ ਗਿਆ ਹੈ, ਕਿਉਂਕਿ ਉਹਨਾਂ ਨੂੰ ਆਪਣੀ ਫਸਲ ਦੀ ਪਹਿਲੀ ਉਪਜ ਜਾਂ ਪਹਿਲਾ ਫਲ ਚੜਾਇਆ ਹੁੰਦਾ ਸੀ। ਇਸ ਲਈ ਇਸ ਨੂੰ ਪਹਿਲੇ ਫਲ ਦਾ ਪਰਬ ਕਿਹਾ ਜਾਂਦਾ ਸੀ। ਜਦਕਿ ਪਸਾਹ ਤੇ ਪੱਤੀ ਦੀ ਰੋਟੀ ਦਾ ਪਰਬ ਖਾਸ ਤਰੀਕਾ ਤੇ ਮਨਾਏ ਜਾਣੇ ਸੀ, ਪਰ ਪਹਿਲੇ ਫਲ ਦਾ ਪਰਬ ਖਾਸ ਤਰੀਕ ਦੇ ਬਦਲੇ ਇੱਕ ਖਾਸ ਦਿਨ ਤੇ ਧਿਆਨ ਕੇਂਦਰਿਤ ਕਰਦਾ ਹੈ। ਇਹ ਕਹਿੰਦਾ ਹੈ ਕਿ ਉਹਨਾਂ ਨੂੰ ਇਸ ਨੂੰ ਸਬਤ ਦੇ ਦੂਸਰੇ ਦਿਨ ਮਨਾਉਣਾ ਹੈ। ਪਸਾਹ ਅਤੇ ਪੱਤੀ ਦੀ ਰੋਟੀ ਦੇ ਪਰਬ ਦੇ ਬਾਅਦ ਆਉਣ ਵਾਲੇ ਸਬਤ ਦੇ ਦਿਨ ਦੇ ਦੂਸਰੇ ਦਿਨ ਇਸ ਨੂੰ ਮਨਾਇਆ ਜਾਣਾ ਸੀ। ਜੇ ਇਹ ਸਬਤ ਦੇ ਦਿਨ ਦੇ ਦੂਸਰੇ ਦਿਨ ਆਉਂਦਾ ਹੈ ਤਦ ਇਹ ਹਫ਼ਤੇ ਦਾ ਕਿਹੜਾ ਦਿਨ ਹੈ? ਇਸ ਦਾ ਮਤਲਬ ਹੈ ਕਿ ਪਹਿਲੇ ਫਲ ਦੇ ਪਰਬ ਦੀ ਭੇਂਟ ਐਤਵਾਰ ਨੂੰ ਚੜਾਈ ਜਾਣੀ ਸੀ। ਇਸ ਪ੍ਰਕਾਰ ਇਸ ਭਵਿੱਖਬਾਣੀ ਨੂੰ ਪੂਰਾ ਕਰਨ ਦੇ ਲਈ ਹਫ਼ਤੇ ਦੇ ਕਿਹੜੇ ਦਿਨ ਯੀਸ਼ੂ ਨੂੰ ਜੀ ਉੱਠਣਾ ਚਾਹੀਦਾ ਹੈ? ਇਹ ਐਤਵਾਰ ਨੂੰ ਹੋਣਾ ਚਾਹੀਦਾ ਸੀ। ਕਿਉਂਕਿ ਅੱਜ ਦੇ ਚਰਚ ਇਸ ਪਰਬ ਦੇ ਬਾਰੇ ਨਹੀਂ ਜਾਣਦੇ, ਇਸ ਲਈ ਉਹ ਹਰ ਪ੍ਰਕਾਰ ਦੇ ਬਹਾਨੇ ਬਣਾਉਂਦੇ ਹਨ। ਉਹ ਝੂਠਾ ਦਾਅਵਾ ਕਰਦੇ ਹਨ ਭਾਵੇਂ ਹੀ ਆਰਾਧਨਾ ਦਾ ਦਿਨ ਮੂਲ ਰੂਪ ਨਾਲ ਸ਼ਨੀਵਾਰ ਸੀ, ਪਰ ਯੀਸ਼ੂ ਦੇ ਜੀ ਉੱਠਣ ਦੇ ਕਾਰਨ ਇਸ ਨੂੰ ਐਤਵਾਰ ਵਿੱਚ ਬਦਲ ਦਿੱਤਾ ਗਿਆ। ਪੁਰਾਣੇ ਨੇਮ ਤੋਂ ਵੀ ਜੀ ਉੱਠਣ ਦਾ ਦਿਨ ਐਤਵਾਰ ਨੂੰ ਮਨਾਏ ਜਾਣ ਲਈ ਨਿਯੁਕਤ ਕੀਤਾ ਗਿਆ ਸੀ। ਫਿਰ ਕੀ ਸਬਤ ਪੁਰਾਣੇ ਨੇਮ ਦੇ ਸਮੇਂ ਵਿੱਚ ਨਹੀਂ ਮਨਾਇਆ ਗਿਆ ਸੀ? ਹਾਂ, ਉਹਨਾਂ ਨੇ ਸਬਤ ਦਾ ਦਿਨ ਮਨਾਇਆ ਸੀ। ਉਹਨਾਂ ਨੇ ਸਬਤ ਦੀ ਹਫ਼ਤੇ ਦੀ ਆਰਾਧਨਾ ਅਤੇ ਸਾਲਾਨਾ ਰੂਪ ਵਿੱਚ ਪਹਿਲੇ ਫਲ ਦਾ ਪਰਬ ਦੋਵੇਂ ਮਨਾਏ। ਦੂਸਰੇ ਸ਼ਬਦਾਂ ਵਿੱਚ ਪਰਮੇਸ਼ਰ ਨੇ ਐਤਵਾਰ ਨੂੰ ਜੀ ਉੱਠਣ ਦਾ ਦਿਨ ਮਨਾਉਣ ਦਾ ਨੇਮ ਦ੍ਰਿੜਤਾ ਨਾਲ ਸਥਾਪਿਤ ਕੀਤਾ। ਇਸ ਭਵਿੱਖਬਾਣੀ ਦੇ ਅਨੁਸਾਰ ਯੀਸ਼ੂ ਸਬਤ ਦੇ ਦੂਸਰੇ ਦਿਨ ਜੋ ਐਤਵਾਰ ਸੀ ਜੀ ਉੱਠੇ ਹਨ ਅਤੇ ਜੋ ਸੋ ਗਏ ਹਨ ਉਹਨਾਂ ਵਿੱਚ ਉਹ ਪਹਿਲਾ ਫਲ ਹੋਏ। ਅਸੀਂ ਯੀਸ਼ੂ ਦੇ ਦੁਆਰਾ ਕੀਤੇ ਗਏ ਕੰਮਾਂ ਵਿੱਚ ਇਸ ਰਿਕਾਰਡ ਨੂੰ ਪਾ ਸਕਦੇ ਹਾਂ। ਇੱਥੇ ਇਹ ਪਹਿਲੇ ਫਲ ਦਾ ਪਰਬ ਕਹਿੰਦੇ ਹਨ। ਪੁਰਾਣੇ ਨੇਮ ਵਿੱਚ ਪਰਬ ਦਾ ਨਾਮ ਪਹਿਲੇ ਫਲ ਦਾ ਪਰਬ ਸੀ, ਪਰ ਨਵੇਂ ਨੇਮ ਵਿੱਚ ਉਹਨਾਂ ਨੇ ਇਸ ਨੂੰ ਜੀ ਉੱਠਣ ਦਾ ਦਿਨ ਕਹਿ ਕੇ ਯੀਸ਼ੂ ਦੇ ਜੀ ਉੱਠਣ ਨੂੰ ਯਾਦ ਕੀਤਾ। ਇੱਥੇ ਮਹੱਤਵਪੂਰਨ ਗੱਲ ਇਹ ਹੈ ਕਿ ਪਹਿਲੇ ਫਲ ਦਾ ਪੁੱਲਾ ਯਾਜਕ ਦੇ ਕੋਲ ਲੈ ਕੇ ਆਉਣ ਦੀ ਵਿਧੀ ਪਹਿਲੇ ਫਲ ਦੇ ਪਰਬ ਦੇ ਨੇਮ ਦੇ ਅਨੁਸਾਰ ਕੀਤੀ ਜਾਂਦੀ ਸੀ। ਜਿਵੇਂ ਲਿਖਿਆ ਹੈ, ਤੁਸੀਂ ਇਹ ਸਬਤ ਦੇ ਦਿਨ ਦੇ ਦੂਸਰੇ ਦਿਨ ਚੜਾਉਣਾ। ਰਸੂਲ ਪੌਲਸ ਨੇ ਪਹਿਲਾ ਕਰੰਥੀਆਂ 15 ਵਿੱਚ ਦੱਸਿਆ ਕਿ ਯੀਸ਼ੂ ਪਹਿਲੇ ਫਲ ਦੀ ਅਸਲੀਅਤ ਹੈ।
15장에서 이렇게 설명했습니다. ਪਹਿਲਾ ਕੁਰਿੰਥੀਆਂ ਅਧਿਆਇ 15 ਵਚਨ 20 ਪਰ ਹੁਣ ਮਸੀਹ ਤਾਂ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, 그래서 다시 ਸੁੱਤਿਆ ਹੋਇਆ ਦਾ 자는 자들의 ਕੀ ਹੈ? 무엇이 되었다고요? ਪਹਿਲਾ ਫਲ ਹੈ। 첫 열매가 되셨도다 하고 있습니다. ਜਦ ਅਸੀਂ ਪਰਵ ਦੇ ਨਾਮ ਦਾ ਅਰਥ ਦੇਖਦੇ ਹਾਂ ਤਦ ਇਸ ਵਿੱਚ ਪਹਿਲਾ ਅਤੇ ਫਲ ਸ਼ਬਦ ਸ਼ਾਮਿਲ ਹੈ। 그럼 구약 ਪੁਰਾਣੇ ਨੇਮ ਦੇ ਦੁਆਰਾ ਕਿ ਅਸੀਂ ਇਹ ਨਹੀਂ ਦੇਖ ਸਕਦੇ ਕਿ ਮੂਸਾ ਦੀ ਵਿਵਸਥਾ ਵਿੱਚ ਦਰਜ ਕੀਤੇ ਗਏ ਪਰਵਾਂ ਦੇ ਸਾਰੇ ਨੇਮ ਅਸਲ ਵਿੱਚ ਭਵਿੱਖਬਾਣੀਆਂ ਸੀ ਜੋ ਮਸੀਹ ਨੂੰ ਨਵੇਂ ਨੇਮ ਵਿੱਚ ਪੂਰਾ ਕਰਨਾ ਸੀ। ਯੀਸ਼ੂ ਉਹਨਾਂ ਲੋਕਾਂ ਵਿੱਚੋਂ ਪਹਿਲੇ ਫਲ ਦੇ ਰੂਪ ਵਿੱਚ ਜੀ ਉੱਠੇ ਜੋ ਸੋ ਗਏ ਸੀ। ਦੂਸਰੇ ਸ਼ਬਦਾਂ ਵਿੱਚ ਯੀਸ਼ੂ ਨੇ ਪਹਿਲੇ ਫਲ ਦਾ ਪਰਵ ਪੂਰਾ ਕੀਤਾ। ਯੀਸ਼ੂ ਨੇ ਇਹ ਕੰਮ ਕਦੋਂ ਪੂਰਾ ਕੀਤਾ? ਆਓ ਅਸੀਂ ਮਤੀ ਅਧਿਆਇ 28 ਵਿੱਚ ਲੱਭੀਏ। 그 장면을 함께 보도록 ਮਤੀ ਅਧਿਆਇ 28 ਵਚਨ 1 말씀 보시면 ਜਾਂ ਸਬਤ ਦਾ ਦਿਨ ਬੀਤ ਗਿਆ 이어가고 ਤਾਂ ਹਫਤੇ ਦੇ ਪਹਿਲੇ ਦਿਨ ਪੋ ਫੁੱਟਣ ਦੇ ਵੇਲੇ, ਕਿਉਂਕਿ ਸਬਤ ਦਾ ਦਿਨ 7ਵਾਂ ਦਿਨ ਹੈ, ਇਸ ਲਈ 7ਵੇਂ ਦਿਨ ਦਾ ਅਗਲਾ ਦਿਨ 날로 ਪਹਿਲਾ ਦਿਨ ਹੈ। ਜਾਂ ਸਬਤ ਦਾ ਦਿਨ ਬੀਤ ਗਿਆ ਤਾਂ ਹਫਤੇ ਦੇ ਪਹਿਲੇ ਦਿਨ ਪੋ ਫੁੱਟਣ ਦੇ ਵੇਲੇ ਮਰੀਅਮ ਮਗਦਲੀਨੀ ਅਤੇ ਦੂਈ ਮਰੀਅਮ ਕਬਰ ਨੂੰ ਵੇਖਣ ਆਈਆਂ। 왔더니 ਅਰ ਵੇਖੋ ਇੱਕ ਵੱਡਾ ਪੁਚਾਰ ਆਇਆ, ਇਸ ਲਈ ਜੋ ਪ੍ਰਭੂ ਦਾ ਦੂਤ ਆਕਾਸ਼ੋਂ ਉਤਰਿਆ ਅਰ ਨੇੜੇ ਆਣ ਕੇ ਉਸ ਪੱਥਰ ਨੂੰ ਰੇੜ ਕੇ ਲਾਂਬੇ ਕਰ ਦਿੱਤਾ ਅਰ ਉਸ ਉੱਤੇ ਬਹਿ ਗਿਆ। ਉਹਦਾ ਰੂਪ ਬਿਜਲੀ ਵਰਗਾ ਔਰ ਉਹਦਾ ਬਸਤਰ ਬਰਫ਼ ਜਿਹਾ ਚਿੱਟਾ ਸੀ ਅਰ ਉਹਦੇ ਭੈ ਦੇ ਮਾਰੇ ਰਾਖੇ ਕੰਬ ਉੱਠੇ ਅਤੇ ਮੁਰਦਿਆਂ ਵਾਂਗੂ ਹੋ ਗਏ। ਪਰ ਦੂਤ ਨੇ ਅੱਗੋਂ ਤੀਵੀਆਂ ਨੂੰ ਕਿਹਾ, ਤੁਸੀਂ ਨਾ ਡਰੋ, ਕਿਉਂਕਿ ਮੈਂ ਜਾਣਦਾ ਹਾਂ ਜੋ ਤੁਸੀਂ ਯੀਸ਼ੂ ਨੂੰ ਜਿਹੜਾ ਸਲੀਬ ਉੱਤੇ ਚੜਾਇਆ ਗਿਆ ਸੀ ਲੱਭਦੀਆਂ ਹੋ। ਉਹ ਇੱਥੇ ਹੈ ਨਹੀਂ, ਕਿਉਂਕਿ ਜਿਵੇਂ ਉਸਨੇ ਕਿਹਾ ਸੀ ਉਹ ਕੀ ਹੋਇਆ ਹੈ? ਜੀ ਉੱਠਿਆ ਹੈ। ਯੀਸ਼ੂ ਮਰੇ ਹੋਇਆਂ ਵਿੱਚੋਂ ਕਦੋਂ ਜੀ ਉੱਠੇ? ਉਹ ਹਫਤੇ ਦੇ ਪਹਿਲੇ ਦਿਨ ਜੀ ਉੱਠੇ ਜੋ ਸਬਤ ਦੇ ਬਾਅਦ ਦਾ ਦਿਨ ਸੀ। 그럼 이 한 ਪੁਰਾਣੇ ਨੇਮ ਵਿੱਚ ਮੂਸਾ ਦੀ ਵਿਵਸਥਾ ਦੇ ਅਨੁਸਾਰ 시에서는 ਸਬਤ ਦੇ ਬਾਅਦ ਹਫਤੇ ਦੇ ਪਹਿਲੇ ਦਿਨ ਪਹਿਲੇ ਫਲ ਦੇ ਪਰਵ ਤੇ ਉਹਨਾਂ ਨੂੰ ਕੀ ਕਰਨਾ ਸੀ? ਉਹਨਾਂ ਨੂੰ ਪੁਰਾਣੇ ਨੇਮ ਦੇ ਨਿਯਮ ਦੇ ਅਨੁਸਾਰ ਪਹਿਲੇ ਫਲ ਦਾ ਪੁੱਲਾ ਯਾਜਕ ਦੇ ਕੋਲ ਲਿਆਉਣਾ ਸੀ ਅਤੇ ਉਸ ਨੂੰ ਪਰਮੇਸ਼ਰ ਦੇ ਸਾਹਮਣੇ ਹਿਲਾਉਣਾ ਸੀ। 구약에 규례가 있었습니다. ਪਹਿਲਾ ਕੁਰਿੰਥੀਆਂ 15 ਵਿੱਚ ਇਹ ਸਪਸ਼ਟ ਰੂਪ ਨਾਲ ਜ਼ਿਕਰ ਕੀਤਾ ਗਿਆ ਹੈ ਕਿ ਯੀਸ਼ੂ ਨੂੰ ਉਹਨਾਂ ਲੋਕਾਂ ਵਿੱਚੋਂ ਪਹਿਲੇ ਫਲ ਦੇ ਰੂਪ ਵਿੱਚ ਜੀ ਉੱਠਣਾ ਸੀ ਜੋ ਸੋ ਗਏ ਸੀ 일이 지난 그 일 ਅਤੇ ਇਹ ਸਬਤ ਦੇ ਦਿਨ ਦੇ ਦੂਸਰੇ ਦਿਨ ਪੂਰਾ ਹੋਣਾ ਸੀ। 주고 있습니다. ਆਓ ਅਸੀਂ ਇਸ ਪਰਵ ਦੀ ਸ਼ੁਰੂਆਤ ਨੂੰ ਨੇੜੇ ਤੋਂ ਦੇਖੀਏ। 과거 3500 ਸਾਲ ਪਹਿਲੇ ਜਦ ਮੂਸਾ ਨੇ ਮਿਸਰ ਵਿੱਚੋਂ ਬਾਹਰ ਨਿਕਲਣ ਵਿੱਚ ਇਜ਼ਰਾਈਲੀਆਂ ਦੀ ਅਗਵਾਈ ਕੀਤੀ ਤਦ ਉਹ ਪਸਾ ਅਤੇ ਪਤੀ ਦੀ ਰੋਟੀ ਦਾ ਪਰਵ ਮਨਾਉਣ ਤੋਂ ਬਾਅਦ ਰਾਮਸੇਸ ਤੋਂ ਬਾਹਰ ਨਿਕਲ ਗਏ। 라암셋에서 출발했습니다. ਪਰ ਮਿਸਰ ਦਾ ਰਾਜਾ ਫਿਰੌਨ ਜਿਸ ਨੇ ਸ਼ੁਰੂ ਵਿੱਚ ਇਜ਼ਰਾਈਲੀਆਂ ਨੂੰ ਜਾਣ ਦਿੱਤਾ, ਉਸ ਨੇ ਆਪਣਾ ਮਨ ਬਦਲ ਦਿੱਤਾ ਅਤੇ ਇਜ਼ਰਾਈਲੀਆਂ ਨੂੰ ਫੜਨ ਅਤੇ ਉਹਨਾਂ ਨੂੰ ਮਿਸਰ ਵਿੱਚ ਵਾਪਸ ਲਿਆਉਣ ਦਾ ਹੁਕਮ ਦਿੱਤਾ। ਇਸ ਲਈ ਮਿਸਰ ਦੀ ਸੈਨਾ ਉਹਨਾਂ ਦਾ ਪਿੱਛਾ ਕਰਨ ਲੱਗੀ। ਇਸ ਦੇ ਇਲਾਵਾ ਇਜ਼ਰਾਈਲੀਆਂ ਨੂੰ ਲਾਲ ਸਮੁੰਦਰ ਦਾ ਸਾਹਮਣਾ ਕਰਨਾ ਪਿਆ, ਇਸ ਲਈ ਇਜ਼ਰਾਈਲੀ ਬਹੁਤ ਤੰਗ ਅਤੇ ਪਰੇਸ਼ਾਨ ਹੋਏ। ਉਸ ਸਮੇਂ ਪਰਮੇਸ਼ਰ ਨੇ ਮੂਸਾ ਨੂੰ ਕਿਹਾ, ਤੂੰ ਆਪਣੀ ਸੋਟੀ ਚੁੱਕ ਕੇ ਆਪਣਾ ਹੱਥ ਸਮੁੰਦਰ ਦੇ ਉੱਪਰ ਵਧਾ। ਜਦ ਮੂਸਾ ਨੇ ਆਪਣਾ ਹੱਥ ਸਮੁੰਦਰ ਦੇ ਉੱਪਰ ਵਧਾਇਆ ਤਦ ਸਮੁੰਦਰ ਪਿੱਛੇ ਹਟਿਆ, ਜਿਸ ਨਾਲ ਉਹਨਾਂ ਦੇ ਸੱਜੇ ਅਤੇ ਖੱਬੇ ਪਾਸੇ ਪਾਣੀ ਦੀ ਇੱਕ ਕੰਧ ਬਣ ਗਈ ਅਤੇ ਸਮੁੰਦਰ ਸੁੱਕੀ ਜ਼ਮੀਨ ਬਣ ਗਿਆ। ਇਜ਼ਰਾਈਲੀ ਸਮੁੰਦਰ ਨੂੰ ਇੱਕ ਬੰਨੇ ਤੋਂ ਦੂਸਰੇ ਬੰਨੇ ਤੱਕ ਪਾਰ ਕਰਨ ਦੇ ਕਾਬਿਲ ਹੋਏ। ਉਹ ਪਵਿੱਤਰ ਕੈਲੰਡਰ ਦੇ ਅਨੁਸਾਰ ਪਹਿਲੇ ਮਹੀਨੇ ਦੇ 22ਵੇਂ ਦਿਨ ਤੜਕੇ ਸਮੁੰਦਰ ਨੂੰ ਪੂਰੀ ਤਰ੍ਹਾਂ ਪਾਰ ਕਰਕੇ ਦੂਸਰੇ ਪਾਸੇ ਪਹੁੰਚਣ ਦੇ ਕਾਬਿਲ ਹੋਏ। ਬਾਈਬਲ ਉਸ ਪਲ ਨੂੰ ਇਸ ਤਰ੍ਹਾਂ ਰਿਕਾਰਡ ਕਰਦੀ ਹੈ ਕਿ ਜਦ ਮਿਸਰ ਦੀ ਸੈਨਾ ਇਜ਼ਰਾਈਲੀਆਂ ਦਾ ਪਿੱਛਾ ਕਰਦੇ ਹੋਏ ਹੁਣ ਵੀ ਸਮੁੰਦਰ ਦੇ ਵਿੱਚ ਸੀ, ਤਦ ਪਰਮੇਸ਼ਰ ਨੇ ਪਾਣੀ ਨੂੰ ਵਾਪਸ ਵਗਣ ਦੇ ਕੇ ਉਹਨਾਂ ਨੂੰ ਲਾਲ ਸਮੁੰਦਰ ਵਿੱਚ ਦਫਨ ਕੀਤਾ। ਪਹਿਲੇ ਮਹੀਨੇ ਦੇ 22ਵੇਂ ਦਿਨ ਨੂੰ ਇਜ਼ਰਾਈਲੀ ਸਮੁੰਦਰ ਦੇ ਦੂਸਰੇ ਪਾਸੇ ਉਤਰੇ। 새벽에 상륙했더라고 되어 있습니다. ਇਸ ਦ੍ਰਿਸ਼ ਦੇ ਦੁਆਰਾ ਅਸੀਂ ਦੇਖ ਸਕਦੇ ਹਾਂ ਕਿ ਯੀਸ਼ੂ ਮਸੀਹ ਦੇ ਜੀ ਉੱਠਣ ਦੇ ਸਮੇਂ ਦੀ ਭਵਿੱਖਬਾਣੀ ਪਹਿਲਾਂ ਤੋਂ ਹੀ ਕੀਤੀ ਗਈ ਸੀ। 예언 속에 맞춰 놓으셨습니다. ਲਾਲ ਸਮੁੰਦਰ ਵਿੱਚ ਇਜ਼ਰਾਈਲੀਆਂ ਦਾ ਪ੍ਰਵੇਸ਼ ਕਰਨਾ ਯੀਸ਼ੂ ਦੇ ਕਬਰ ਵਿੱਚ ਪ੍ਰਵੇਸ਼ ਕਰਨ ਨੂੰ ਦਰਸਾਉਂਦਾ ਹੈ 이스라엘 백성 ਅਤੇ ਸਮੁੰਦਰ ਦੇ ਦੂਸਰੇ ਪਾਸੇ ਇਜ਼ਰਾਈਲੀਆਂ ਦਾ ਉਤਰਨਾ ਯੀਸ਼ੂ ਦੇ ਜੀ ਉੱਠਣ ਨੂੰ ਦਰਸਾਉਂਦਾ ਹੈ। ਇਹ ਪ੍ਰਥਮ ਫਲ ਦੇ ਪਰਵ ਦਾ ਮੂਲ ਬਣ ਗਿਆ।
ਮੂਸਾ ਦੇ ਸਮੇਂ ਵਿੱਚ ਪਹਿਲੇ ਫਲ ਦਾ ਪਰਵ ਐਤਵਾਰ ਨੂੰ ਆਇਆ, ਮਤਲਬ ਪਸਾਹ ਤੇ ਪੱਤੀ ਦੀ ਰੋਟੀ ਦੇ ਪਰਵ ਦੇ ਬਾਅਦ ਆਉਣ ਵਾਲੇ ਸਬਤ ਦੇ ਦਿਨ ਦੇ ਦੂਸਰੇ ਦਿਨ ਆਇਆ। ਇਸ ਦੇ ਕਾਰਨ ਪਰਮੇਸ਼ਰ ਨੇ ਹਰ ਸਾਲ ਐਤਵਾਰ ਨੂੰ ਪਹਿਲੇ ਫਲ ਦੇ ਪੁੱਲੇ ਨੂੰ ਚੜਾਉਣ ਦਾ ਇੱਕ ਨੇਮ ਸਥਾਪਿਤ ਕੀਤਾ। ਪਰਮੇਸ਼ਰ ਨੇ ਇਸ ਦੀ ਭਵਿੱਖਬਾਣੀ ਕਰਨ ਦੇ ਲਈ ਕਿ ਯੀਸ਼ੂ ਉਹਨਾਂ ਲੋਕਾਂ ਵਿੱਚੋਂ ਪਹਿਲੇ ਫਲ ਦੇ ਰੂਪ ਵਿੱਚ ਜੀ ਉੱਠਣਗੇ ਜੋ ਸੋ ਗਏ ਸੀ, ਮੂਸਾ ਦੇ ਸਮੇਂ ਵਿੱਚ ਇਸ ਪਰਵ ਵਿੱਚ ਪਹਿਲੇ ਫਲ ਨੂੰ ਚੜਾਉਣ ਦਾ ਸਮਾਂ ਨਿਯੁਕਤ ਕੀਤਾ। 연 가운데 전부 녹여 놓으셨던 것입니다. ਇਸ ਨੂੰ ਦੇਖਦੇ ਹੋਏ ਯੀਸ਼ੂ ਦਾ ਜੀ ਉੱਠਣਾ ਕਦੋਂ ਹੋਣਾ ਚਾਹੀਦਾ ਹੈ? 언제 부활하셔야 되느냐 하면 ਪੁਰਾਣੇ ਨੇਮ ਵਿੱਚ ਇਹ ਪਹਿਲਾਂ ਤੋਂ ਹੀ ਦੱਸਿਆ ਗਿਆ ਸੀ ਕਿ ਸਬਤ ਦੇ ਇੱਕ ਦਿਨ ਬਾਅਦ ਐਤਵਾਰ ਨੂੰ ਉਹਨਾਂ ਦਾ ਜੀ ਉੱਠਣਾ ਹੋਣਾ ਹੈ। 정해지게 되었던 것입니다. ਇਸ ਦੇ ਇਲਾਵਾ ਲਾਲ ਸਮੁੰਦਰ ਪਾਰ ਕਰਨ ਦੇ ਬਾਅਦ ਜਦ ਮੂਸਾ ਅਤੇ ਇਜ਼ਰਾਈਲੀ ਉਤਰੇ ਸੀ, ਉਹ ਦਿਨ ਐਤਵਾਰ ਸੀ। 토요일이기 때문에 예수 ਤਦ ਯੀਸ਼ੂ ਮਸੀਹ ਨੂੰ ਬਾਈਬਲ ਦੀਆਂ ਭਵਿੱਖਬਾਣੀਆਂ ਨੂੰ ਪੂਰਾ ਕਰਨ ਦੇ ਲਈ ਉਸ ਦਿਨ ਐਤਵਾਰ ਦੀ ਸਵੇਰ ਵਿੱਚ ਜੀ ਉੱਠਣਾ ਸੀ। ਕਿਉਂਕਿ ਯੀਸ਼ੂ ਸੁੱਤਿਆਂ ਹੋਇਆਂ ਵਿੱਚੋਂ ਜੀ ਉੱਠੇ, ਤਦ ਸੰਤ ਜੋ ਮਰ ਗਏ ਸੀ ਉਹ ਜੀ ਉੱਠੇ ਅਤੇ ਪਵਿੱਤਰ ਨਗਰ ਵਿੱਚ ਗਏ ਅਤੇ ਬਹੁਤਿਆਂ ਨੂੰ ਦਿਖਾਈ ਦਿੱਤੇ। 거룩한 성경 ਆਓ ਅਸੀਂ ਮਤੀ ਅਧਿਆਇ 27 ਵਿੱਚ ਇਸ ਦੀ ਪੁਸ਼ਟੀ ਕਰੀਏ। 마태복음 27장에서 확인해 보도록 합시다. ਆਓ ਅਸੀਂ ਵਚਨ 51 ਦੇਖੀਏ। ਪਰ ਵੇਖੋ, ਹੈਕਲ ਦਾ ਪਰਦਾ ਉੱਪਰੋਂ ਲੈ ਕੇ ਹੇਠਾਂ ਤਾਈਂ ਪਾਟ ਕੇ ਦੋ ਹੋ ਗਿਆ ਅਤੇ ਧਰਤੀ ਕੰਬੀ ਅਤੇ ਪੱਥਰ ਤਿੜਕ ਗਏ 열리며 ਅਤੇ ਕਬਰਾਂ ਖੁੱਲ ਗਈਆਂ ਅਤੇ ਸੁੱਤੇ ਹੋਏ ਸੰਤਾਂ ਦੀਆਂ ਬਥੇਰੀਆਂ ਲੋਥਾਂ ਉਠਾਈਆਂ ਗਈਆਂ। ਔਰ ਉਹਦੇ ਜੀ ਉੱਠਣ ਦੇ ਪਿੱਛੋਂ ਉਹ ਕਬਰਾਂ ਵਿੱਚੋਂ ਨਿਕਲ ਕੇ ਪਵਿੱਤਰ ਸ਼ਹਿਰ ਦੇ ਅੰਦਰ ਚਲੇ ਗਏ ਅਤੇ ਬਹੁਤਿਆਂ ਨੂੰ ਦਿਖਾਈ ਦਿੱਤੇ। ਯੀਸ਼ੂ ਉਹਨਾਂ ਲੋਕਾਂ ਵਿੱਚੋਂ ਪਹਿਲੇ ਫਲ ਦੇ ਰੂਪ ਵਿੱਚ ਜੀ ਉੱਠੇ ਜੋ ਸੋ ਗਏ ਸੀ ਅਤੇ ਪਵਿੱਤਰ ਲੋਕ ਜੋ ਮਰ ਗਏ ਸੀ ਕਬਰਾਂ ਵਿੱਚੋਂ ਨਿਕਲੇ ਅਤੇ ਬਹੁਤਿਆਂ ਨੂੰ ਦਿਖਾਈ ਦਿੱਤੇ। ਇਹਨਾਂ ਆਇਤਾਂ ਦੁਆਰਾ ਅਸੀਂ ਦੇਖ ਸਕਦੇ ਹਾਂ ਕਿ ਪੁਰਾਣੇ ਨੇਮ ਦੇ ਪਹਿਲੇ ਫਲ ਦੇ ਪਰਵ ਦੀਆਂ ਭਵਿੱਖਬਾਣੀਆਂ ਇੱਕ-ਇੱਕ ਕਰਕੇ ਪੂਰੀਆਂ ਹੋਈਆਂ। ਮਤੀ 28 ਵਿੱਚ ਦਰਜ ਪਰਮੇਸ਼ਰ ਦਾ ਹੈਰਾਨੀਜਨਕ ਕੰਮ 이와 같은 ਯੀਸ਼ੂ ਦੇ ਸਮੇਂ ਵਿੱਚ ਹੋਈ ਇੱਕ ਕੁਦਰਤੀ ਘਟਨਾ ਨਹੀਂ ਸੀ। 시대에 와서 이루어진 하나의 어떤 사건이 아니라 이 ਮੂਸਾ ਦੇ ਸਮੇਂ ਤੋਂ ਜੋ ਭਵਿੱਖਬਾਣੀ ਕੀਤੀ ਗਈ ਸੀ ਉਸ ਨੂੰ ਯੀਸ਼ੂ ਪੂਰਾ ਕਰ ਰਹੇ ਸੀ। 이 장면에서 이제 완성시키고 있는 것입니다. 그 ਇਹ ਸਬਤ ਦੇ ਦਿਨ ਦੇ ਦੂਸਰੇ ਦਿਨ ਜੋ ਐਤਵਾਰ ਸੀ ਪੂਰਾ ਹੋਇਆ। ਇਸ ਲਈ ਇਹ ਕਾਫੀ ਮਜ਼ਾਕੀਆ ਹੈ ਕਿ ਅੱਜ ਦੁਨੀਆ ਵਿੱਚ ਚਰਚ ਇਸ ਤੱਥ ਵਿੱਚ ਚਲਾਕੀ ਨਾਲ ਹੇਰਫੇਰ ਕਰਦੇ ਹਨ। ਜਿਨ੍ਹਾਂ ਲੋਕਾਂ ਦੇ ਕੋਲ ਪਰਮੇਸ਼ਰ ਦੇ ਪਰਵ ਦਾ ਕੋਈ ਗਿਆਨ ਨਹੀਂ ਹੈ ਉਹ ਉਹਨਾਂ ਦੀ ਝੂਠੀ ਬੇਨਤੀ ਨੂੰ ਸਵੀਕਾਰ ਕਰ ਸਕਦੇ ਹਨ, ਪਰ ਪਰਮੇਸ਼ਰ ਦੇ ਲੋਕ ਪਰਵਾਂ ਦਾ ਸਹੀ ਅਰਥ ਜਾਣਦੇ ਹਨ। ਜੇ ਅਸੀਂ ਪਰਵ ਨਾਲ ਸੰਬੰਧਿਤ ਭਵਿੱਖਬਾਣੀਆਂ ਤੇ ਨੇੜੇ ਤੋਂ ਧਿਆਨ ਦਿੰਦੇ ਹਾਂ ਤਦ ਅਸੀਂ ਦੇਖ ਸਕਦੇ ਹਾਂ ਕਿ ਮੂਸਾ ਦੇ ਸਮੇਂ ਤੋਂ ਹੀ ਇਹ ਭਵਿੱਖਬਾਣੀ ਕੀਤੀ ਗਈ ਸੀ ਕਿ ਯੀਸ਼ੂ ਐਤਵਾਰ ਨੂੰ ਆਪਣੇ ਜੀ ਉੱਠਣ ਦੇ ਦੁਆਰਾ ਉਹਨਾਂ ਲੋਕਾਂ ਵਿੱਚੋਂ ਪਹਿਲੇ ਫਲ ਬਣਨਗੇ ਜੋ ਸੋ ਗਏ ਸੀ। ਪਰਬਾਂ ਦੇ ਨੇਮ ਦੇ ਅਨੁਸਾਰ ਪਹਿਲੇ ਫਲ ਦਾ ਪਰਵ ਸਾਲ ਵਿੱਚ ਇੱਕ ਵਾਰ ਐਤਵਾਰ ਨੂੰ ਮਨਾਇਆ ਜਾਂਦਾ ਸੀ ਅਤੇ ਸਬਤ ਦਾ ਦਿਨ ਹਰੇਕ ਸ਼ਨੀਵਾਰ ਨੂੰ ਮਨਾਇਆ ਜਾਂਦਾ ਸੀ। ਭਾਵੇਂ ਹੀ ਉਹ ਵੱਖ-ਵੱਖ ਪਰਬ ਹਨ, ਪਰ ਕੁਝ ਲੋਕ ਇਹ ਕਹਿੰਦੇ ਹੋਏ ਇੱਕ ਚਲਾਕ ਬਹਾਨਾ ਬਣਾਉਂਦੇ ਹਨ ਸਾਨੂੰ ਐਤਵਾਰ ਨੂੰ ਆਰਾਧਨਾ ਕਰਨੀ ਚਾਹੀਦੀ ਹੈ ਕਿਉਂਕਿ ਯੀਸ਼ੂ ਐਤਵਾਰ ਨੂੰ ਜੀ ਉੱਠੇ। ਕਿ ਇਹ ਸਪਸ਼ਟ ਨਹੀਂ ਹੈ ਕਿ ਉਹਨਾਂ ਦੇ ਦਾਅਵੇ ਵਿੱਚ ਵਿਰੋਧਤਾਈ ਪਰਬਾਂ ਦੇ ਬਾਰੇ ਵਿੱਚ ਉਹਨਾਂ ਦੇ ਗਿਆਨ ਦੀ ਕਮੀ ਨਾਲ ਪੈਦਾ ਹੁੰਦੀ ਹੈ। ਆਓ ਅਸੀਂ ਲੂਕਾ ਅਧਿਆਇ 24 ਦੇ ਦੁਆਰਾ ਅਧਿਐਨ ਕਰਨਾ ਜਾਰੀ ਰੱਖੀਏ ਕਿ ਸੁੱਤਿਆਂ ਹੋਇਆਂ ਵਿੱਚੋਂ ਪਹਿਲੇ ਫਲ ਦੇ ਰੂਪ ਵਿੱਚ ਯੀਸ਼ੂ ਦੇ ਜੀ ਉੱਠਣ ਦੇ ਬਾਅਦ ਕੀ ਹੋਇਆ ਸੀ। ਲੂਕਾ ਅਧਿਆਇ 24 ਵਚਨ 13। 보시면 ਤਾਂ ਵੇਖੋ, ਉਸੇ ਦਿਨ ਉਹਨਾਂ ਵਿੱਚੋਂ ਦੋ ਜਨ ਇਮਾਉਸ ਨਾਉ ਦੇ ਇੱਕ ਪਿੰਡ ਨੂੰ ਜਾਂਦੇ ਸਨ ਜਿਹੜਾ ਯਰੂਸ਼ਲਮ ਤੋਂ 5 ਕੁਵਾੜ ਤੇ ਹੈ। ਸੋ ਉਹਨਾਂ ਸਭਨਾਂ ਦੇ ਵਿਖੇ ਜੋ ਬੀਤੀਆਂ ਸਨ ਆਪੋ ਵਿੱਚ ਗੱਲਬਾਤ ਕਰਦੇ ਸਨ ਅਤੇ ਉਹ ਹੋਇਆ ਕਿ ਜਾਂ ਉਹ ਗੱਲਬਾਤ ਅਰ ਚਰਚਾ ਕਰਦੇ ਸਨ ਤਾਂ ਯੀਸ਼ੂ ਆਪ ਨੇੜੇ ਆਣ ਕੇ ਉਹਨਾਂ ਦੇ ਨਾਲ ਤੁਰਿਆ ਗਿਆ, ਪਰ ਉਹਨਾਂ ਦੇ ਨੇਤਰ ਬੰਦ ਕੀਤੇ ਗਏ ਸਨ ਭਾਈ ਉਹਨੂੰ ਨਾ ਸਿਆਣਨ। 못하더라 하고 했습니다. ਇਹ ਉਹ ਘਟਨਾ ਸੀ ਜੋ ਐਤਵਾਰ ਨੂੰ ਹੋਈ ਸੀ ਜਦ ਯੀਸ਼ੂ ਜੀ ਉੱਠੇ ਸੀ। ਆਓ ਅਸੀਂ ਆਇਤ 17 ਨਾਲ ਜਾਰੀ ਰੱਖੀਏ। ਉਸਨੇ ਉਹਨਾਂ ਨੂੰ ਆਖਿਆ ਕਿ ਤੁਸੀਂ ਤੁਰੇ ਜਾਂਦੇ ਇਹ ਕੀ ਗੱਲਾਂ ਆਪੋ ਵਿੱਚ ਕਰਦੇ ਹੋ? ਤਾਂ ਉਹ ਉਦਾਸ ਹੋ ਕੇ ਖਲੋ ਗਏ। 뛰고 머물렀으더라. ਤਦ ਕਲਿਓਪਸ ਨਾਉ ਦੇ ਇੱਕ ਨੇ ਉਹਨੂੰ ਉੱਤਰ ਦਿੱਤਾ, ਭਲਾ ਤੂੰ ਇਹ ਕੱਲਾ ਯਰੂਸ਼ਲਮ ਵਿੱਚ ਓਪਰਾ ਹੈ ਅਤੇ ਅੱਜ ਕੱਲ੍ਹ ਜਿਹੜੀਆਂ ਵਾਰਤਾ ਉਸ ਵਿੱਚ ਬੀਤੀਆਂ ਹਨ ਨਹੀਂ ਜਾਣਦਾ ਹੈ? ਉਸਨੇ ਉਹਨਾਂ ਨੂੰ ਕਿਹਾ, ਕਿਹੜੀਆਂ ਵਾਰਤਾ? ਤਾਂ ਉਹਨਾਂ ਉਸ ਨੂੰ ਆਖਿਆ, ਯੀਸ਼ੂ ਨਾਸਰੀ ਦੇ ਵਿਖੇ ਜਿਹੜਾ ਨਬੀ ਨਾਲੇ ਪਰਮੇਸ਼ਰ ਅਤੇ ਸਾਰੇ ਲੋਕਾਂ ਦੇ ਅੱਗੇ ਕਰਨੀ ਅਤੇ ਬਚਨ ਵਿੱਚ ਸਮਰਥ ਸੀ, ਔਰ ਕਿਸ ਤਰ੍ਹਾਂ ਪ੍ਰਧਾਨ ਯਾਜਕਾਂ ਅਤੇ ਸਾਡੇ ਸਰਦਾਰਾਂ ਨੇ ਉਸ ਨੂੰ ਕਤਲ ਦੇ ਲਈ ਹਵਾਲੇ ਕੀਤਾ ਅਤੇ ਉਸ ਨੂੰ ਸਲੀਬ ਉੱਤੇ ਚੜਾਇਆ। 못 박았느니라.
ਪਰ ਸਾਨੂੰ ਇਹ ਆਸ ਸੀ ਭਾਈ ਇਹ ਉਹ ਹੈ ਜੋ ਇਜ਼ਰਾਈਲ ਦਾ ਨਿਸਤਾਰਾ ਕਰੇ। ਅਰੇ ਇਹਨਾਂ ਸਭਨਾਂ ਗੱਲਾਂ ਤੋਂ ਬਾਅਦ ਇਸ ਮਾਜਰੇ ਬੀਤੇ ਨੂੰ ਅੱਜ 30 ਦਿਨ ਹੋ ਗਿਆ ਹੈ, ਪਰ ਸਾਡੇ ਵਿੱਚੋਂ ਕਈ ਤੀਵੀਆਂ ਨੇ ਵੀ ਸਾਨੂੰ ਹੈਰਾਨ ਕਰ ਛੱਡਿਆ ਹੈ ਕਿ ਉਹ ਤੜਕੇ ਕਬਰ ਤੇ ਗਈਆਂ ਅਤੇ ਜਾਂ ਉਹਦੀ ਲੋਥ ਨਾ ਪਾਈ ਤਾਂ ਇਹ ਆਖਦੀਆਂ ਆਈਆਂ ਸਾਨੂੰ ਦੂਤਾਂ ਦਾ ਦਰਸ਼ਨ ਵੀ ਹੋਇਆ, ਜਿਨ੍ਹਾਂ ਆਖਿਆ ਭਾਈ ਉਹ ਜਿਉਂਦਾ ਹੈ। ਅਤੇ ਸਾਡੇ ਨਾਲ ਦਿਆਂ ਵਿੱਚੋਂ ਕਈ ਕੋ ਕਬਰ ਉੱਤੇ ਗਏ ਅਰ ਜਿਹੋ ਜਿਹਾ ਤੀਵੀਆਂ ਨੇ ਕਿਹਾ ਸੀ ਤਿਹੋ ਜਿਹਾ ਪਾਇਆ, ਪਰ ਉਸ ਨੂੰ ਨਾ ਡਿੱਠਾ। ਤਾਂ ਉਸ ਨੇ ਉਹਨਾਂ ਨੂੰ ਕਿਹਾ, ਹੇ ਬੇਸਮਝੋ ਅਰ ਨਬੀਆਂ ਦੇ ਸਾਰਿਆਂ ਬਚਨਾਂ ਉੱਤੇ ਪ੍ਰਤੀਤ ਕਰਨ ਵਿੱਚ ਢਿੱਲਿਓ ਕਿ ਮਸੀਹ ਨੂੰ ਜ਼ਰੂਰੀ ਨਾ ਸੀ ਕਿ ਇਹ ਕਸ਼ਟ ਭੋਗ ਕੇ ਆਪਣੇ ਤੇਜ ਵਿੱਚ ਪ੍ਰਵੇਸ਼ ਕਰੇ। ਅਤੇ ਮੂਸਾ ਅਰ ਸਭਨਾਂ ਨਬੀਆਂ ਤੋਂ ਸ਼ੁਰੂ ਕਰਕੇ ਉਸਨੇ ਉਹਨਾਂ ਨੂੰ ਉਹਨਾਂ ਗੱਲਾਂ ਦਾ ਅਰਥ ਦੱਸਿਆ ਜਿਹੜੀਆਂ ਸਭਨਾਂ ਪੁਸਤਕਾਂ ਵਿੱਚ ਉਹਦੇ ਹੱਕ ਵਿੱਚ ਲਿਖੀਆਂ ਹੋਈਆਂ ਸਨ। ਉਹ ਪਿੰਡ ਨੇੜੇ ਆਇਆ ਜਿੱਥੇ ਜਾਂਦੇ ਸਨ ਅਰ ਉਸਨੇ ਅੱਗੇ ਵਧਣ ਨੂੰ ਕੀਤਾ ਤਾਂ ਉਹਨਾਂ ਉਸ ਨੂੰ ਅਟਕਾ ਕੇ ਆਖਿਆ ਕਿ ਸਾਡੇ ਨਾਲ ਰਹੋ, ਕਿਉਂ ਜੋ ਸਾਂਝ ਪੈ ਗਈ ਅਤੇ ਹੁਣ ਦਿਨ ਲੈ ਚੱਲਿਆ ਹੈ। ਅਰ ਉਹ ਉਹਨਾਂ ਦੇ ਸੰਗ ਟਿਕਣ ਨੂੰ ਅੰਦਰ ਗਿਆ। ਇਉਂ ਹੋਇਆ ਕਿ ਜਾਂ ਉਹ ਉਹਨਾਂ ਦੇ ਨਾਲ ਪ੍ਰਸ਼ਾਦ ਛਕਣ ਨੂੰ ਬੈਠਾ ਤਾਂ ਉਸਨੇ ਰੋਟੀ ਲੈ ਕੇ ਬਰਕਤ ਦਿੱਤੀ ਅਤੇ ਤੋੜ ਕੇ ਉਹਨਾਂ ਨੂੰ ਫੜਾਈ। ਤਦ ਉਹਨਾਂ ਦੇ ਨੇਤਰ ਖੁੱਲ ਗਏ ਅਤੇ ਉਹਨਾਂ ਨੇ ਉਸ ਨੂੰ ਸਿਆਣ ਲਿਆ ਅਰ ਉਹ ਉਹਨਾਂ ਤੋਂ ਅਲੋਪ ਹੋ ਗਿਆ। ਇੱਕ ਬਹੁਤ ਹੀ ਮਹੱਤਵਪੂਰਨ ਵਿਧੀ ਹੈ ਜੋ ਜੀ ਉੱਠਣ ਦੇ ਦਿਨ ਦਾ ਭਾਗ ਹੈ, ਇਹ ਰੋਟੀ ਤੋੜਨ ਦੀ ਵਿਧੀ ਹੈ। ਇਹਨਾਂ ਦਿਨਾਂ ਵਿੱਚ ਕਈ ਚਰਚ ਜੀ ਉੱਠਣ ਦੇ ਦਿਨ ਨੂੰ ਮਨਾਉਣ ਦਾ ਦਾਅਵਾ ਕਰਦੇ ਹਨ, ਪਰ ਅਸਲ ਵਿੱਚ ਉਹ ਆਂਡੇ ਨਾਲ ਇਸ ਨੂੰ ਮਨਾਉਂਦੇ ਹੋਏ ਪਰਵ ਦੇ ਨਿਯਮਾਂ ਨੂੰ ਪੂਰੀ ਤਰ੍ਹਾਂ ਖਰਾਬ ਕਰ ਰਹੇ ਹਨ। ਇਹ ਜੀ ਉੱਠਣ ਦੇ ਦਿਨ ਤੇ ਸੀ ਜਦ ਯੀਸ਼ੂ ਨੇ ਜੀ ਉੱਠਣ ਦੀ ਰੋਟੀ ਨੂੰ ਤੋੜ ਕੇ ਆਪਣੇ ਚੇਲਿਆਂ ਦੀਆਂ ਅੱਖਾਂ ਖੋਲੀਆਂ। ਇਸ ਨਾਲ ਉਹਨਾਂ ਦੀਆਂ ਅੱਖਾਂ ਸਹੀ ਢੰਗ ਨਾਲ ਯੀਸ਼ੂ ਦੀ ਮੌਜੂਦਗੀ ਦਾ ਤਜਰਬਾ ਕਰਨ ਲਈ ਖੁੱਲ੍ਹ ਗਈਆਂ, ਜਿਸ ਨੂੰ ਉਹ ਪਹਿਲੇ ਮਹਿਸੂਸ ਕਰਨ ਦੇ ਕਾਬਿਲ ਨਹੀਂ ਸੀ। ਪਸਾਹ ਰੋਟੀ ਅਤੇ ਦਾਖਰਸ ਨਾਲ ਮਨਾਇਆ ਜਾਂਦਾ ਹੈ, ਜਿਸ ਵਿੱਚ ਸਦੀਪਕ ਜੀਵਨ ਦਾ ਵਾਅਦਾ ਸ਼ਾਮਿਲ ਹੈ ਅਤੇ ਉਹ ਯੀਸ਼ੂ ਹੀ ਹਨ ਜਿਨ੍ਹਾਂ ਨੇ ਸਾਨੂੰ ਆਤਮਿਕ ਅੱਖਾਂ ਖੋਲ੍ਹਣ ਲਈ ਜੀ ਉੱਠਣ ਦੀ ਰੋਟੀ ਤੋੜਨ ਦਾ ਨੇਮ ਦਿੱਤਾ ਹੈ। ਇਸ ਲਈ ਕਿ ਸਾਨੂੰ ਵੀ ਜੀ ਉੱਠਣ ਦੇ ਦਿਨ ਤੇ ਰੋਟੀ ਤੋੜਨ ਦੀ ਵਿਧੀ ਨਹੀਂ ਮਨਾਉਣੀ ਚਾਹੀਦੀ। ਫਿਰ ਵੀ ਦੁਨੀਆ ਭਰ ਦੇ ਚਰਚ ਆਂਡੇ ਖਾ ਕੇ ਉਹਨਾਂ ਪ੍ਰਥਾਵਾਂ ਨੂੰ ਕਰ ਰਹੇ ਹਨ ਜੋ ਬਾਈਬਲ ਵਿੱਚ ਨਹੀਂ ਹਨ। ਅਸੀਂ ਬਾਈਬਲ ਵਿੱਚ ਕੋਈ ਰਿਕਾਰਡ ਨਹੀਂ ਦੇਖ ਸਕਦੇ ਕਿ ਪਰਮੇਸ਼ਰ ਨੇ ਸਾਨੂੰ ਆਪਣੀਆਂ ਆਤਮਿਕ ਅੱਖਾਂ ਖੋਲ੍ਹਣ ਲਈ ਆਂਡੇ ਦਿੱਤੇ ਹਨ। ਇਸ ਤਰ੍ਹਾਂ ਦੇ ਰਿਵਾਜਾਂ ਦੀ ਸ਼ੁਰੂਆਤ ਬੁੱਤਪ੍ਰਸਤ ਰੀਤੀਆਂ ਨਾਲ ਹੋਈ ਅਤੇ ਬਾਅਦ ਵਿੱਚ ਇਹਨਾਂ ਨੂੰ ਸਵੀਕਾਰ ਕਰ ਲਿਆ ਗਿਆ ਕਿਉਂਕਿ ਚਰਚ ਭ੍ਰਿਸ਼ਟ ਅਤੇ ਸੰਸਾਰਿਕ ਹੋ ਗਏ। ਜਦ ਸੱਚ ਮਿਟਾ ਦਿੱਤਾ ਗਿਆ, ਉਸ ਯੁੱਗ ਦੇ ਦੌਰਾਨ ਮੌਜੂਦਗੀ ਵਿੱਚ ਆਈਆਂ ਇਹ ਝੂਠੀਆਂ ਸਿੱਖਿਆਵਾਂ ਅੱਜ ਦੁਨੀਆ ਭਰ ਦੇ ਚਰਚਾਂ ਨੂੰ ਵਿਰਾਸਤ ਵਿੱਚ ਮਿਲੀਆਂ ਹਨ। ਜੀ ਉੱਠਣ ਦੇ ਦਿਨ ਜਿਸ ਦਾ ਯੀਸ਼ੂ ਨੇ ਪ੍ਰਚਾਰ ਕੀਤਾ ਸੀ, ਉਸ ਵਿੱਚ ਆਂਡੇ ਖਾਣ ਦਾ ਰਿਵਾਜ ਨਹੀਂ ਸੀ ਅਤੇ ਨਾ ਹੀ ਇਸ ਦਾ ਖਰਗੋਸ਼ਾਂ ਨਾਲ ਕੋਈ ਲੈਣਾ ਦੇਣਾ ਹੈ। ਉਹ ਦ੍ਰਿਸ਼ ਜਿੱਥੇ ਯੀਸ਼ੂ ਨੇ ਆਪਣੇ ਦੋ ਚੇਲਿਆਂ ਦੀਆਂ ਆਤਮਿਕ ਅੱਖਾਂ ਨੂੰ ਖੋਲ੍ਹਣ ਦੇ ਲਈ ਰੋਟੀ ਤੋੜੀ, ਜੋ ਇਮਾਉਸ ਦੇ ਰਾਹ ਵਿੱਚ ਸੀ, ਜੀ ਉੱਠਣ ਦੇ ਦਿਨ ਦੀ ਉਦਾਹਰਨ ਅਤੇ ਨੇਮ ਸੀ ਜੋ ਪਰਮੇਸ਼ਰ ਨੇ ਸਾਨੂੰ ਦਿੱਤਾ ਹੈ। ਕਿ ਉਤਪਤ 3 ਵਿੱਚ ਵੀ ਇਹ ਜ਼ਿਕਰ ਨਹੀਂ ਕੀਤਾ ਗਿਆ ਕਿ ਕੁਝ ਖਾਣ ਨਾਲ ਲੋਕਾਂ ਦੀਆਂ ਅੱਖਾਂ ਖੁੱਲ੍ਹ ਗਈਆਂ। ਜਦ ਆਦਮ ਅਤੇ ਹਵਾ ਨੇ ਭਲੇ ਅਤੇ ਬੁਰੇ ਦੇ ਗਿਆਨ ਦੇ ਵ੍ਰਿਕਸ਼ ਤੋਂ ਖਾਧਾ ਤਦ ਪਾਪ ਨੂੰ ਪਹਿਚਾਨਣ ਦੇ ਲਈ ਉਹਨਾਂ ਦੀਆਂ ਅੱਖਾਂ ਖੁੱਲ੍ਹ ਗਈਆਂ। ਪਰ ਜਦ ਅਸੀਂ ਜੀ ਉੱਠਣ ਦੇ ਦਿਨ ਦੀ ਰੋਟੀ ਖਾਂਦੇ ਹਾਂ ਤਦ ਧਾਰਮਿਕਤਾ ਨੂੰ ਪਹਿਚਾਨਣ ਦੇ ਲਈ ਸਾਡੀਆਂ ਅੱਖਾਂ ਅਰਥਾਤ ਸਾਡੀਆਂ ਆਤਮਿਕ ਅੱਖਾਂ ਖੁੱਲ੍ਹ ਜਾਣਗੀਆਂ। ਪਰਮੇਸ਼ਰ ਲੂਕਾ 24 ਦੇ ਦੁਆਰਾ ਇਸ ਦੀ ਪੁਸ਼ਟੀ ਕਰਦੇ ਹਨ। ਅੱਜ ਜੀ ਉੱਠਣ ਦੇ ਦਿਨ ਦੇ ਦੁਆਰਾ ਪਰਮੇਸ਼ਰ ਸਾਨੂੰ ਪਰਮੇਸ਼ਰ ਦੀਆਂ ਸੰਤਾਨਾਂ ਦੇ ਰੂਪ ਵਿੱਚ ਮਸੀਹ ਦੇ ਜੀ ਉੱਠਣ ਵਿੱਚ ਭਾਗ ਲੈਣ ਦੇ ਲਈ ਆਗਿਆ ਦਿੰਦੇ ਹਨ। ਫਿਰ ਗੈਰ ਈਸਾਈਆਂ ਵਿੱਚ ਬਹੁਤ ਸਾਰੇ ਲੋਕ ਹਨ ਜੋ ਜੀ ਉੱਠਣ ਦੇ ਮਾਮਲੇ ਤੇ ਵਿਸ਼ਵਾਸ ਨਹੀਂ ਕਰਦੇ ਹਨ। ਆਓ ਅਸੀਂ ਪਹਿਲਾ ਕੁਰਿੰਥੀਓ ਦੀ ਪੁਸਤਕ ਅਧਿਆਇ 15 ਵਿੱਚ ਦੇਖੀਏ ਕਿ ਪਰਮੇਸ਼ਰ ਸਾਨੂੰ ਜੀ ਉੱਠਣ ਦੀ ਸ਼ਕਤੀ ਦੇ ਬਾਰੇ ਵਿੱਚ ਕਿਵੇਂ ਸਿਖਾਉਂਦੇ ਹਨ। ਪਹਿਲਾ ਕੁਰਿੰਥੀਓ ਅਧਿਆਇ 15 ਵਚਨ 50। ਹੁਣ ਹੈ ਭਰਾਵੋ, ਮੈਂ ਆਖਦਾ ਹਾਂ ਜੋ ਮਾਸ ਅਤੇ ਲਹੂ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਨਹੀਂ ਹੋ ਸਕਦੇ, ਨਾ ਵਿਨਾਸ਼ ਅਵਿਨਾਸ਼ ਦਾ ਅਧਿਕਾਰੀ ਹੁੰਦਾ ਹੈ।
ਦੂਸਰੇ ਸ਼ਬਦਾਂ ਵਿੱਚ ਸਾਡੇ ਭੌਤਿਕ ਸਰੀਰ ਦੇ ਨਾਲ ਅਸੀਂ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਨਹੀਂ ਹੋ ਸਕਦੇ। ਆਓ ਅਸੀਂ ਆਇਤ 51 ਦੇ ਨਾਲ ਜਾਰੀ ਰੱਖੀਏ। ਵੇਖੋ, ਮੈਂ ਤੁਹਾਨੂੰ ਇੱਕ ਭੇਤ ਦੱਸਦਾ ਹਾਂ, ਜੋ ਅਸੀਂ ਸਭੇ ਨਹੀਂ ਸੋਵਾਂਗੇ, ਪਰ ਅਸੀਂ ਕੀ ਹੋ ਜਾਵਾਂਗੇ? ਸਭੇ ਛਣ ਭਰ ਵਿੱਚ ਅੱਖ ਦੀ ਚਮਕ ਵਿੱਚ ਛੇਕੜ ਲਈ ਤੁਰੀ ਫੂਕਦਿਆਂ ਸਰ ਹੋਰ ਦੇ ਹੋਰ ਹੋ ਜਾਵਾਂਗੇ। ਤੁਰੀ ਫੂਕੀ ਜਾਵੇਗੀ ਅਤੇ ਮੁਰਦੇ ਅਵਿਨਾਸ਼ੀ ਹੋ ਕੇ ਜੀ ਉੱਠਣਗੇ। ਉੱਠਣਗੇ ਦਾ ਮਤਲਬ ਜੀ ਉੱਠਣਾ ਹੈ। ਅਤੇ ਸਾਡਾ ਕੀ ਹੋਵੇਗਾ? ਅਤੇ ਅਸੀਂ ਹੋਰ ਦੇ ਹੋਰ ਹੋ ਜਾਵਾਂਗੇ। ਬਦਲ ਜਾਣ ਅਤੇ ਜੀ ਉੱਠਣ ਦਾ ਇੱਕ ਹੀ ਅਰਥ ਹੈ। ਜੋ ਸੰਤ ਹੁਣ ਵੀ ਜਿਉਂਦੇ ਹਨ, ਉਹ ਮੌਤ ਨੂੰ ਦੇਖੇ ਬਿਨਾਂ ਬਦਲ ਜਾਣਗੇ, ਅਤੇ ਜੋ ਮਸੀਹ ਵਿੱਚ ਮਰ ਗਏ ਹਨ, ਉਹ ਜੀ ਉੱਠਣਗੇ। 것이라고 했습니다. ਆਇਤ 53। ਕਿਉਂ ਜੋ ਜ਼ਰੂਰ ਹੈ ਕਿ ਨਾਸਵਾਨ ਜਾਂ ਸਰੀਰਿਕ ਦੇਹ ਅਵਿਨਾਸ਼ ਨੂੰ ਉਦਾਲੇ ਪਾਵੇ ਅਤੇ ਇਹ ਮਰਨਹਾਰ ਅਮਰਤਾ ਨੂੰ ਉਦਾਲੇ ਪਾਵੇ। ਪਰ ਜੇ ਇਹ ਨਾਸਵਾਨ ਅਵਿਨਾਸ਼ ਨੂੰ ਅਤੇ ਇਹ ਮਰਨਹਾਰ ਅਮਰਤਾ ਨੂੰ ਉਦਾਲੇ ਪਾ ਚੁੱਕਿਆ, ਤਾਂ ਉਹ ਗੱਲ ਜਿਹੜੀ ਲਿਖੀ ਹੋਈ ਹੈ ਪੂਰੀ ਹੋ ਜਾਵੇਗੀ। ਮੌਤ ਫਤਿਹ ਦੀ ਬੁਰਕੀ ਹੋ ਗਈ। ਹੇ ਮੌਤ, ਤੇਰੀ ਫਤਿਹ ਕਿੱਥੇ ਹੈ? 어디에 있느냐? ਹੇ ਮੌਤ, ਤੇਰਾ ਡੰਗ ਕਿੱਥੇ ਹੈ? ਮੌਤ ਦਾ ਡੰਗ ਪਾਪ ਹੈ ਅਤੇ ਪਾਪ ਦਾ ਬਲ ਸ਼ਰਾ ਹੈ। ਪਰ ਧੰਨਵਾਦ ਹੈ ਪਰਮੇਸ਼ਰ ਦਾ, ਜੋ ਸਾਨੂੰ ਸਾਡੇ ਪ੍ਰਭੂ ਯੀਸ਼ੂ ਮਸੀਹ ਦੇ ਰਾਹੀਂ ਫਤਿਹ ਬਖਸ਼ਦਾ ਹੈ। ਸੋ ਹੇ ਮੇਰੇ ਪਿਆਰੇ ਭਰਾਵੋ, ਤੁਸੀਂ ਸਥਿਰ ਅਤੇ ਅਡੋਲ ਹੋਵੋ ਅਤੇ ਪ੍ਰਭੂ ਦੇ ਕੰਮਾਂ ਵਿੱਚ ਸਦਾ ਵੱਧਦੇ ਜਾਓ, ਕਿਉਂ ਜੋ ਤੁਸੀਂ ਜਾਣਦੇ ਹੋ ਜੋ ਪ੍ਰਭੂ ਵਿੱਚ ਤੁਹਾਡੀ ਮਿਹਨਤ ਖੋਖੀ ਨਹੀਂ ਹੈ। ਯੀਸ਼ੂ ਮਸੀਹ ਨੇ ਸਰੀਰ ਪਾਇਆ ਅਤੇ ਮਰਿਆ ਹੋਇਆਂ ਵਿੱਚੋਂ ਜੀ ਉੱਠੇ। 죽은 자 가운데서 부활하시고 ਆਪਣੇ ਨਵੇਂ ਜੀ ਉੱਠਣ ਦੀ ਦੇਹ ਦੇ ਨਾਲ ਯੀਸ਼ੂ ਆਪਣੇ ਚੇਲਿਆਂ ਦੇ ਸਾਹਮਣੇ ਪ੍ਰਗਟ ਹੋਏ ਅਤੇ ਉਹਨਾਂ ਦੇ ਨਾਲ ਭੋਜਨ ਖਾਧਾ। ਭਾਵੇਂ ਹੀ ਬੂਹਾ ਕੱਸ ਕੇ ਬੰਦ ਸੀ, ਫਿਰ ਵੀ ਉਹ ਪ੍ਰਗਟ ਹੋਏ ਅਤੇ ਉਹਨਾਂ ਦੇ ਸਾਹਮਣੇ ਖੜੇ ਹੋ ਗਏ। ਜਿਸ ਤਰ੍ਹਾਂ ਯੀਸ਼ੂ ਨੇ ਇਸ ਤਰ੍ਹਾਂ ਦੀ ਦੇਹ ਪਾਈ ਜੋ ਸਮੇਂ ਅਤੇ ਸਥਾਨ ਤੇ ਸੀਮਿਤ ਨਹੀਂ ਸੀ, 그리스도 ਉਸੇ ਤਰ੍ਹਾਂ ਅਸੀਂ ਵੀ ਪੂਰੀ ਤਰ੍ਹਾਂ ਬਦਲ ਜਾਵਾਂਗੇ ਅਤੇ ਉਸੇ ਤਰ੍ਹਾਂ ਦੇ ਸਰੀਰ ਨੂੰ ਪਾਵਾਂਗੇ। ਅਸੀਂ ਸਾਰੇ ਜੀ ਉੱਠਾਂਗੇ ਅਤੇ ਬਦਲ ਜਾਵਾਂਗੇ, ਹੈ ਨਾ? ਆਓ ਅਸੀਂ ਆਇਤ 35 ਤੇ ਜਾਈਏ ਅਤੇ ਜੀ ਉੱਠਣ ਦੇ ਬਾਰੇ ਥੋੜਾ ਹੋਰ ਸਮਝੀਏ। 한번 찾아보도록 하겠습니다. ਪਹਿਲਾ ਕੁਰਿੰਥੀਆਂ ਅਧਿਆਇ 15 ਵਚਨ 35। ਪਰ ਕੋਈ ਆਖੇਗਾ, ਭਾਈ ਮੁਰਦੇ ਕਿੱਕਰ ਜੀ ਉੱਠਦੇ ਅਤੇ ਕਿਹੋ ਜਿਹੀ ਦੇਹੀ ਨਾਲ ਆਉਂਦੇ ਹਨ। ਨਦਾਨਾ, ਜੋ ਕੁਝ ਤੂੰ ਬੀਜਦਾ ਹੈ, ਜੇਕਰ ਉਹ ਨਾ ਮਰੇ ਤਾਂ ਜੰਮੇਗਾ ਨਹੀਂ, 또 ਅਤੇ ਜਿਹੜਾ ਤੂੰ ਬੀਜਦਾ ਹੈ, ਤੂੰ ਉਹ ਰੂਪ ਨਹੀਂ ਬੀਜਦਾ ਹੋਵੇਗਾ, ਪਰ ਨਿਰਾ ਇੱਕ ਦਾਣਾ, ਭਾਵੇਂ ਕਣਕ ਦਾ, ਭਾਵੇਂ ਹੋਰ ਕਾਸੇ ਦਾ। ਪਰੰਤੂ ਪਰਮੇਸ਼ਰ ਜਿਵੇਂ ਉਹਨੂੰ ਪਾਇਆ, ਉਹ ਉਸ ਨੂੰ ਰੂਪ ਦਿੰਦਾ ਹੈ, ਅਤੇ ਹਰ ਪ੍ਰਕਾਰ ਦੇ ਬੀਜ ਨੂੰ ਆਪੋ ਆਪਣਾ ਰੂਪ। ਸਭੋ ਮਾਸ ਇੱਕੋ ਜਿਹਾ ਮਾਸ ਨਹੀਂ, ਸਗੋਂ ਮਨੁੱਖਾਂ ਦਾ ਹੋਰ ਹੈ ਅਤੇ ਪਸ਼ੂਆਂ ਦਾ ਹੋਰ ਹੈ, ਅਤੇ ਪੰਛੀਆਂ ਦਾ ਮਾਸ ਹੋਰ ਅਤੇ ਮਛਲੀਆਂ ਦਾ ਹੋਰ। 의 육체라. ਸਵਰਗੀ ਸਰੀਰ ਵੀ ਹਨ ਅਤੇ ਜ਼ਮੀਨੀ ਸਰੀਰ ਵੀ ਹਨ, ਪਰ ਸਵਰਗੀਆਂ ਦਾ ਪ੍ਰਤਾਪ ਹੋਰ ਹੈ 땅의 ਅਤੇ ਜ਼ਮੀਨੀਆਂ ਦਾ ਹੋਰ ਹੈ। ਸੂਰਜ ਦਾ ਪ੍ਰਤਾਪ ਹੋਰ ਹੈ ਅਤੇ ਚੰਦਰਮਾ ਦਾ ਪ੍ਰਤਾਪ ਹੋਰ ਅਤੇ ਤਾਰਿਆਂ ਦਾ ਪ੍ਰਤਾਪ ਹੋਰ ਹੈ, ਕਿਉਂ ਜੋ ਪ੍ਰਤਾਪ ਕਰਕੇ ਇੱਕ ਤਾਰਾ ਦੂਏ ਤਾਰੇ ਤੋਂ ਭਿੰਨ ਹੈ। ਇਸੇ ਤਰ੍ਹਾਂ ਮੁਰਦਿਆਂ ਦੀ ਕਿਆਮਤ ਵੀ ਹੈ। ਉਹ ਨਾਸ਼ਵਾਨ ਬੀਜਿਆ ਜਾਂਦਾ ਹੈ, ਪਰ ਅਵਿਨਾਸ਼ੀ ਜੀ ਉੱਠਦਾ ਹੈ। ਉਹ ਬੇਪਤ ਬੀਜਿਆ ਜਾਂਦਾ ਹੈ, ਪਰੰਤੂ ਪ੍ਰਤਾਪਵਾਨ ਜੀ ਉੱਠਦਾ ਹੈ। ਉਹ ਨਿਰਮਲ ਬੀਜਿਆ ਜਾਂਦਾ ਹੈ, ਪਰ ਬਲਵੰਤ ਜੀ ਉੱਠਦਾ ਹੈ। ਉਹ ਪ੍ਰਾਣਕ ਸਰੀਰ ਹੋ ਕੇ ਬੀਜਿਆ ਜਾਂਦਾ ਹੈ, ਪਰ ਉਹ ਆਤਮਿਕ ਸਰੀਰ ਹੋ ਕੇ ਜੀ ਉੱਠਦਾ ਹੈ। ਜੇ ਪ੍ਰਾਣਕ ਸਰੀਰ ਹੈ ਤਾਂ ਆਤਮਿਕ ਸਰੀਰ ਵੀ ਹੈ। ਪਰਮੇਸ਼ਰ ਨੇ ਸਾਨੂੰ ਪਹਿਲਾ ਕੁਰਿੰਥੀਓ 15 ਦੇ ਮਾਧਿਅਮ ਨਾਲ ਯੀਸ਼ੂ ਦੇ ਜੀ ਉੱਠਣ ਦੇ ਦ੍ਰਿਸ਼ ਦੇ ਦੁਆਰਾ ਇਹ ਸਮਝਾਇਆ ਕਿ 이제 ਉਹਨਾਂ ਦੇ ਆਉਣ ਦੇ ਦਿਨ ਤੇ ਅਸੀਂ ਬਦਲ ਜਾਵਾਂਗੇ। ਅਸੀਂ ਨਾਸ਼ਵਾਨ ਸਰੀਰਿਕ ਦੇਹ ਵਿੱਚ ਨਹੀਂ ਬਦਲਾਂਗੇ, ਪਰ ਸਵਰਗ ਵਿੱਚ ਪਰਮੇਸ਼ਰ ਦੇ ਨਾਲ ਰਹਿਣ ਲਈ ਅਤੇ ਹਮੇਸ਼ਾ ਲਈ ਸਦੀਪਕ ਜੀਵਨ ਅਤੇ ਆਸ਼ੀਸ਼ਾਂ ਦਾ ਆਨੰਦ ਲੈਣ ਲਈ ਆਤਮਿਕ ਦੇਹ ਵਿੱਚ ਬਦਲਾਂਗੇ। 것이다는 ਕਿ ਸਾਨੂੰ ਹਮੇਸ਼ਾ ਲਈ ਇਸ ਆਸ ਨੂੰ ਦ੍ਰਿੜਤਾ ਨਾਲ ਫੜੀ ਨਹੀਂ ਰੱਖਣਾ ਚਾਹੀਦਾ। ਆਓ ਅਸੀਂ ਪਹਿਲਾ ਥੈਸਲੋਨੀਕੀਆਂ ਵਿੱਚ ਇੱਕ ਹੋਰ ਵਚਨ ਦੇਖਾਂਗੇ। ਆਓ ਅਸੀਂ ਪਹਿਲਾ ਥੈਸਲੋਨੀਕੀਆਂ ਅਧਿਆਇ 4 ਵਚਨ 14 ਤੇ ਜਾਈਏ। ਕਿਉਂਕਿ ਜੇ ਸਾਨੂੰ ਇਹ ਪ੍ਰਤੀਤ ਹੋਈ ਭਾਈ ਯੀਸ਼ੂ ਮੋਇਆ ਅਤੇ ਫਿਰ ਜੀ ਉੱਠਿਆ, ਤਾਂ ਇਸੇ ਤਰ੍ਹਾਂ ਪਰਮੇਸ਼ਰ ਉਹਨਾਂ ਨੂੰ ਵੀ ਜਿਹੜੇ ਯੀਸ਼ੂ ਵਿੱਚ ਸੋ ਗਏ ਹਨ ਉਹਦੇ ਨਾਲ ਲਿਆਵੇਗਾ। ਜਿਹੜੇ ਯੀਸ਼ੂ ਵਿੱਚ ਸੋ ਗਏ ਹਨ, ਉਹ ਉਹਨਾਂ ਲੋਕਾਂ ਨੂੰ ਦਰਸਾਉਂਦਾ ਹੈ ਜੋ ਮਸੀਹ ਵਿੱਚ ਮਰ ਗਏ ਹਨ। ਉਹ ਉਹਨਾਂ ਨੂੰ ਕਿਵੇਂ ਲੈ ਆਵੇਗਾ? ਉਹਨਾਂ ਨੂੰ ਜਿਵਾ ਕੇ ਆਪਣੇ ਨਾਲ ਲੈ ਆਉਣਗੇ। ਅਸੀਂ ਪ੍ਰਭੂ ਦੇ ਬਚਨ ਦੇ ਅਨੁਸਾਰ ਤੁਹਾਨੂੰ ਇਹ ਆਖਦੇ ਹਾਂ, ਭਾਈ ਅਸੀਂ ਜਿਹੜੇ ਜਿਉਂਦੇ ਅਤੇ ਪ੍ਰਭੂ ਦੇ ਆਉਣ ਤੀਕ ਬਾਕੀ ਰਹਿੰਦੇ ਹਾਂ, ਸੋ ਉਹਨਾਂ ਤੋਂ ਜਿਹੜੇ ਸੋ ਗਏ ਹਨ ਕਦੀ ਅਗੇਤੇ ਨਾ ਹੋਵਾਂਗੇ।
ਇਸ ਲਈ ਜੋ ਪ੍ਰਭੂ ਆਪ ਲਲਕਾਰੇ ਨਾਲ, ਮਹਾਦੂਤ ਦੀ ਆਵਾਜ਼ ਨਾਲ ਅਤੇ ਪਰਮੇਸ਼ਰ ਦੀ ਤੁਰੀ ਨਾਲ ਸਵਰਗ ਤੋਂ ਉਤਰੇਗਾ ਅਤੇ ਜਿਹੜੇ ਮਸੀਹ ਵਿੱਚ ਹੋ ਕੇ ਮੋਏ ਹਨ ਉਹ ਕੀ ਹੋਣਗੇ? ਉਹ ਪਹਿਲਾਂ ਜੀ ਉੱਠਣਗੇ। 부활하고 하는 뜻입니다. ਆਇਤ 17। 의 말씀 보시면 그 후에 ਤਦ ਅਸੀਂ ਜਿਹੜੇ ਜਿਉਂਦੇ ਅਤੇ ਬਾਕੀ ਰਹਿੰਦੇ ਹਾਂ ਉਹਨਾਂ ਦੇ ਨਾਲ ਹੀ ਹਵਾ ਵਿੱਚ ਪ੍ਰਭੂ ਦੇ ਮਿਲਣ ਨੂੰ ਬੱਦਲਾਂ ਉੱਤੇ ਅਚਾਨਕ ਉਠਾਏ ਜਾਵਾਂਗੇ ਅਤੇ ਇਸੇ ਤਰ੍ਹਾਂ ਅਸੀਂ ਸਦਾ ਪ੍ਰਭੂ ਦੇ ਸੰਗ ਰਹਾਂਗੇ। ਸੋ ਤੁਸੀਂ ਇਹਨਾਂ ਗੱਲਾਂ ਨਾਲ ਇੱਕ ਦੂਜੇ ਨੂੰ ਤਸੱਲੀ ਦਿਓ ਕਿ ਹਵਾ ਵਿੱਚ ਮਿਲਣ ਦਾ ਮਤਲਬ ਇਹ ਨਹੀਂ ਹੈ 하는 것은 ਕਿ ਪਰਮੇਸ਼ਰ ਪੱਕਾ ਹੀ 이 역사가 ਸਾਨੂੰ ਬਦਲ ਦੇਣਗੇ। 뜻 아니겠습니까? ਇਹ ਜ਼ਿਕਰ ਕੀਤਾ ਗਿਆ ਹੈ ਕਿ ਜੀ ਉੱਠਣ ਅਤੇ ਬਦਲਣ ਦੇ ਸਮੇਂ ਵਿੱਚ ਸਾਡੀ ਨਾਸ਼ਵਾਨ ਦੇ ਅਵਿਨਾਸ਼ੀ ਵਿੱਚ ਬਦਲ ਜਾਵੇਗੀ। ਖਤਮ ਹੋਣ ਤੋਂ ਪਹਿਲੇ ਇਹ ਜਾਣਨ ਦੇ ਲਈ ਕਿ ਅਸੀਂ ਕਿਵੇਂ ਬਦਲ ਜਾਵਾਂਗੇ, ਆਓ ਅਸੀਂ ਇੱਕ ਹੋਰ ਵਚਨ ਦੇਖੀਏ। ਮਤੀ ਅਧਿਆਇ 22 ਵਚਨ 30। 부활 ਕਿਉਂ ਜੋ ਕਿਆਮਤ ਵਿੱਚ ਨਾ ਵਿਆਹ ਕਰਦੇ ਅਤੇ ਨਾ ਵਿਆਹੇ ਜਾਂਦੇ ਹਨ, ਬਲਕਿ ਸਵਰਗ ਵਿੱਚ ਕਿਸ ਦੇ ਵਰਗੇ ਹਨ? 부활 ਜੀ ਉੱਠਣ ਤੇ ਅਸੀਂ ਸਵਰਗਦੂਤਾਂ ਦੇ ਵਾਂਗ ਦੇਹ ਵਿੱਚ ਬਦਲ ਦਿੱਤੇ ਜਾਵਾਂਗੇ। ਸਾਡੇ ਮੂਲ ਸਵਰਗਦੂਤ ਦੇ ਰੂਪ ਵਿੱਚ ਵਾਪਿਸ ਜਾਣ ਦੇ ਲਈ ਪਰਮੇਸ਼ਰ ਨੇ ਸੱਚਾਈ ਵਿੱਚ ਅਤੇ ਸਿਓਨ ਵਿੱਚ ਸਾਡੀ ਅਗਵਾਈ ਕੀਤੀ ਤਾਂ ਜੋ ਅਸੀਂ ਪਸਾ, ਪਤੀ ਦੀ ਰੋਟੀ ਦਾ ਪਰਵ ਅਤੇ ਪਹਿਲੇ ਫਲ ਦਾ ਪਰਵ ਮਤਲਬ ਜੀ ਉੱਠਣ ਦਾ ਦਿਨ ਮਨਾ ਸਕੀਏ। 불러주시고 또 인도해 주셨습니다. 오늘 ਅੱਜ ਉਹ ਦਿਨ ਹੈ ਜਦ ਅਸੀਂ ਬਾਈਬਲ ਦੀਆਂ ਸਿੱਖਿਆਵਾਂ ਦੇ ਅਨੁਸਾਰ ਰੋਟੀ ਤੋੜਦੇ ਹਾਂ। ਮੈਨੂੰ ਆਸ ਹੈ ਕਿ ਇਹ ਇੱਕ ਕਿਰਪਾਪੂਰਨ ਜੀ ਉੱਠਣ ਦਾ ਦਿਨ ਹੋਵੇਗਾ ਜੋ ਸਾਡੀਆਂ ਆਤਮਿਕ ਅੱਖਾਂ ਨੂੰ ਹੋਰ ਵੀ ਵਿਆਪਕ ਖੋਲੇਗਾ ਤਾਂ ਜੋ ਸਾਰੀਆਂ ਆਤਮਾਵਾਂ ਜੋ ਸੋ ਰਹੀਆਂ ਹਨ ਜਾਗ ਸਕਣ। ਆਓ ਅਸੀਂ ਸਦੀਪਕ ਪਰਮੇਸ਼ਰ ਦੇ ਰਾਜ ਦੀ ਮਹਾਨ ਆਸ ਰੱਖੀਏ। ਅੱਜ ਉਹ ਦਿਨ ਹੈ ਜਦੋਂ ਪਰਮੇਸ਼ਰ ਨੇ ਮੌਤ ਅਤੇ ਹਨੇਰੇ ਦੀ ਸ਼ਕਤੀ ਅਤੇ ਇਸ ਦੁਨੀਆ ਨਾਲ ਸੰਬੰਧਿਤ ਸਾਰੀਆਂ ਨਕਾਰਾਤਮਕਤਾ ਨੂੰ ਤੋੜ ਦਿੱਤਾ। ਇਸ ਦਿਨ ਦੇ ਦੁਆਰਾ ਪਰਮੇਸ਼ਰ ਨੇ ਸਾਨੂੰ ਆਪਣੀਆਂ ਸੰਤਾਨਾਂ ਨੂੰ ਜਗਾਇਆ ਅਤੇ ਬਚਾਇਆ ਹੈ ਜੋ ਮੌਤ ਅਤੇ ਹਨੇਰੇ ਦੀਆਂ ਜੰਜੀਰਾਂ ਵਿੱਚ ਸੀ। ਇਸ ਲਈ ਮੈਂ ਸਿਓਨ ਦੇ ਸਾਰੇ ਪਰਿਵਾਰ ਦੇ ਮੈਂਬਰਾਂ ਨਾਲ ਇਸ ਜੀ ਉੱਠਣ ਦੇ ਦਿਨ ਨੂੰ ਅਤੇ ਹੋਰ ਕਿਰਪਾਪੂਰਨ ਰੂਪ ਨਾਲ ਮਨਾਉਣ ਦੇ ਲਈ ਕਹਿੰਦਾ ਹਾਂ ਤਾਂ ਜੋ ਅਸੀਂ ਸਾਰੇ ਪਰਮੇਸ਼ਰ ਦੀ ਮਹਾਨ ਆਸ਼ੀਸ਼ ਪ੍ਰਾਪਤ ਕਰ ਸਕੀਏ। ਆਸ ਕਰਦੇ ਹੋਏ ਕਿ ਤੁਸੀਂ ਇਹਨਾਂ ਵਚਨਾਂ ਦੇ ਦੁਆਰਾ ਬਹੁਤ ਸਾਰੀ ਕਿਰਪਾ ਪ੍ਰਾਪਤ ਕੀਤੀ। ਮੈਂ ਇਸ ਉਪਦੇਸ਼ ਨੂੰ ਖਤਮ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।